Hello, dear students. Welcome to your favorite learning channel, Truestone English Guru. I hope you all are doing really good. So, आज ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਲਾਈਨ ਗ੍ਰਾਫ। ਸਟੂਡੈਂਟਸ ਦੇਖੋ ਲਾਈਨ ਗ੍ਰਾਫ ਲਿਖਣਾ ਇੱਕ ਬੜੀ ਕਲਾ ਦਾ ਕੰਮ ਹੈ। ਇਹਦੇ ਵਿੱਚ ਬਹੁਤ ਸਾਰੇ ਸਟਰਕਚਰਸ ਦਾ ਯੂਜ਼ ਹੁੰਦਾ ਹੈ। ਸੋ ਤੁਸੀਂ ਆਪਣੇ ਸਟਰਕਚਰਸ ਦਾ ਧਿਆਨ ਰੱਖਣਾ ਹੈ। ਅੱਜ ਦੀ ਵੀਡੀਓ 'ਚ ਅਸੀਂ ਬਹੁਤ ਸਾਰੇ ਸਟਰਕਚਰਸ ਡਿਸਕਸ ਕੀਤੇ ਨੇ, ਬਹੁਤ ਸਾਰੇ ਵੋਕੈਬਲਰੀ ਵਰਡਸ ਡਿਸਕਸ ਕੀਤੇ ਨੇ ਜਿਹਦੇ ਨਾਲ ਤੁਸੀਂ ਆਪਣਾ ਲਾਈਨ ਗ੍ਰਾਫ ਬਹੁਤ ਹੀ ਵਧੀਆ ਲਿਖ ਸਕਦੇ ਹੋ। ਮੈਂ ਤੁਹਾਨੂੰ ਇਹ ਕਹੂੰਗੀ ਕਿ ਤੁਸੀਂ ਇਹ ਵੀਡੀਓ ਦੇਖਦੇ ਹੋਏ ਆਪਣੇ ਹੱਥ ਵਿੱਚ ਨੋਟਬੁੱਕ ਔਰ ਪੈਨ ਰੱਖ ਕੇ सब कुछ नोट करो और तुहानू वीडियो बहुत चंगी लगेगी। So what are you waiting for? Let's get started. So let's talk about today's graph. आज ਅਸੀਂ ਲੈ ਕੇ ਆਏ ਹਾਂ ਲਾਈਨ ਗ੍ਰਾਫ। ਹੁਣ ਦੇਖੋ ਸਾਡੀ ਲਾਈਨ ਗ੍ਰਾਫ ਦੇ ਵਿੱਚ 3 ਬੁక్స్ ਬਾਰੇ ਗੱਲ ਕੀਤੀ, ਇਹਨਾਂ ਦੀ ਸੇਲਸ ਨੂੰ ਕੰਪੇਅਰ ਕੀਤਾ ਗਿਆ ਹੈ। So we have adult fiction, children books and educational books, right? So the sales of 3 different kinds of books between 2022 and 2026, right? So 2006. Now let's see the question. So the graph below shows the sales of children books, adult fiction and educational books between 2002 and 2006 in one country. Summarize the information by selecting and reporting the main features and make comparison where relevant. ਹੁਣ ਅਸੀਂ ਇੰਟਰੋਡਕਸ਼ਨ ਲਿਖਾਂਗੇ ਔਰ ਸਟੂਡੈਂਟਸ ਸਾਨੂੰ ਬਹੁਤ ਵਾਰ ਮੈਂ ਪਹਿਲਾਂ ਵੀ ਦੱਸਿਆ ਵੀਡੀਓ 'ਚ ਕਿ ਅਸੀਂ ਜਦ ਵੀ ਇੰਟਰੋਡਕਸ਼ਨ ਦੀ ਲਾਈਨ ਬਣਾਣੀ ਹੈ ਟਰਾਈ ਟੂ ਮੇਕ ਇਟ ਕੰਪਲੈਕਸ। ਹੁਣ ਅਸੀਂ ਇਸ 'ਚ ਕੰਪਲੈਕਸ ਲਾਈਨ ਲਿਖੀ ਹੈ ਬਾਈ ਯੂਜ਼ਿੰਗ ਵਿਚ, ਰਾਈਟ? ਹੁਣ ਦੇਖੋ ਅਸੀਂ ਕੀ ਲਿਖਿਆ, ਦ ਗ੍ਰਾਫ। ਹੁਣ ਗ੍ਰਾਫ ਦੀ ਜਗ੍ਹਾ ਅਸੀਂ ਲਿਖ ਲਿਆ ਲਾਈਨ ਗ੍ਰਾਫ ਕਿਉਂਕਿ ਸਾਡੇ ਕੋਲ ਇੱਥੇ ਲਾਈਨ ਗ੍ਰਾਫ ਹੈ। ਸੋ ਸ਼ੋਜ਼ ਦ ਸੇਲਸ ਆਫ ਚਿਲਡਰਨ ਬੁੱਕਸ, ਅਡਲਟ ਫਿਕਸ਼ਨ। ਸੋ ਅਸੀਂ ਇੱਥੇ ਵਿਚ ਦਾ ਯੂਜ਼ ਕਰਦੇ ਬਿਕਾਜ਼ ਇੱਥੇ ਸੇਲਸ ਦੀ ਗੱਲ ਹੋਈ ਹੈ, ਰਾਈਟ? ਸੋ ਸੇਲਸ ਇੱਕ ਨॉन ਲਿਵਿੰਗ ਥਿੰਗ ਹੈ, ਵਿਚ ਹੈ, ਜਾਂ ਤੁਸੀਂ ਦੈਟ ਵੀ ਯੂਜ਼ ਕਰ ਸਕਦੇ ਹੋ। ਅਸੀਂ ਆਲਰੇਡੀ ਤੁਹਾਨੂੰ ਇੱਕ ਗ੍ਰਾਫ ਦੱਸਿਆ ਪੀਪਲ ਦੀ ਗੱਲ ਸੀ, ਇੱਥੇ ਅਸੀਂ ਹੂ ਲਗਾਇਆ ਸੀ। ਸੋ ਤੁਸੀਂ ਲਾਈਨ ਨੂੰ ਕੰਪਲੈਕਸ ਜ਼ਰੂਰ ਕਰਨਾ ਹੈ, ਅਸੀਂ ਵਿਚ ਲਗਾਇਆ, ਰਾਈਟ? ਸੋ ਵਿਚ ਕੰਪੇਅਰਸ ਦ ਰੈਵਨਿਊ। ਹੁਣ ਸੇਲਸ ਹੈ, ਰਾਈਟ? ਸੇਲਸ ਨੂੰ ਰੀਫਰੇਜ਼ ਕਰਕੇ ਅਸੀਂ ਲਿਖਤਾ ਰੈਵਨਿਊ। ਉਸ ਤੋਂ ਬਾਅਦ ਇੱਥੇ ਲਿਖਿਆ ਆਫ ਚਿਲਡਰਨ ਬੁੱਕਸ, adult fiction and educational books, ਅਸੀਂ ਇੱਥੇ ਲਿਖਤਾ of 3 different kinds of books, right? So ਅਸੀਂ same ਨਹੀਂ ਲਿਖਿਆ, rephrase ਕਰਕੇ ਲਿਖਤਾ 3 different kinds of books। ਹੁਣ ਇੱਥੇ ਲਿਖਿਆ between 2002 and 2006 in one country, ਅਸੀਂ ਉਹਦੀ ਜਗ੍ਹਾ ਲਿਖਤਾ from 2002 to 2006। ਤੁਸੀਂ ਇੱਦਾਂ ਵੀ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ over a period of 5 years ਜਾਂ over a span of 5 years। ਦੇਖੋ ਇੱਥੇ 5 years ਬਣ ਰਹੇ ਨੇ, 1 2 3 4 5। ਸੋ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ over a period of ਜਾਂ ਫਿਰ over a span of, right? ਹੁਣ ਤੁਸੀਂ ਦੇਖੋ ਕਿ ਅਸੀਂ ਇੱਥੇ ਕੰਪੇਅਰਸ ਵਰਡ ਯੂਜ਼ ਕੀਤਾ, ਰਾਈਟ? ਹੁਣ ਜੇ ਤੁਹਾਨੂੰ ਪੇਪਰ ਦੇ ਵਿੱਚ ਧਿਆਨ ਨਾ ਆਵੇ ਕੰਪੇਅਰਸ ਦਾ, ਸੋ ਤੁਸੀਂ ਸ਼ੋਜ਼ ਇੱਥੇ ਲਿਖਿਆ, ਸ਼ੋਜ਼ ਦੀ ਜਗ੍ਹਾ ਤੁਸੀਂ ਕੋਈ ਵੀ ਵਰਡ ਯੂਜ਼ ਕਰ ਸਕਦੇ ਹੋ, ਡਿਪਿਕਟ, ਗਿਵ ਐਨ ਓਵਰਵਿਊ ਆਫ, ਇਲਸਟ੍ਰੇਟ, ਡੈਮੋਨਸਟ੍ਰੇਟ। ਹੁਣ ਜੇ ਇੱਥੇ ਦੇਖੋ ਸਿੰਗੂਲਰ ਸਾਡਾ ਸਬਜੈਕਟ ਹੈ, ਗ੍ਰਾਫ ਹੈ, ਇੱਥੇ ਪ੍ਰੈਜ਼ੈਂਟ ਐਸ ਲੱਗਾ, ਤੁਸੀਂ ਉਸ ਹਿਸਾਬ ਨਾਲ ਇਹਨੂੰ ਚੇਂਜ ਕਰ ਲੈਣਾ, ਡਿਪਿਕਟਸ ਕਰ ਲੈਣਾ, ਗਿਵਸ ਐਨ ਓਵਰਵਿਊ, ਇਲਸਟ੍ਰੇਟ, ਡੈਮੋਨਸਟ੍ਰੇਟਸ, ਅਕੋਰਡਿੰਗ ਟੂ ਟੈਂਸ ਤੁਸੀਂ ਉਹਨੂੰ ਚੇਂਜ ਕਰ ਲੈਣਾ ਸਬਜੈਕਟ ਤੇ। ਹੁਣ ਜੇ ਤੁਹਾਡਾ ਤੁਸੀਂ ਫਰੋਮ ਜਾਂ ਤੇ ਬਿਟਵੀਨ, ਅਸੀਂ ਬਿਟਵੀਨ ਐਂਡ ਜਾਂ ਓਵਰ ਅ ਸਪੈਨ ਆਫ ਟਾਈਮ, ਓਵਰ ਅ ਪੀਰੀਅਡ ਆਫ ਟਾਈਮ ਯੂਜ਼ ਕਰ ਲਿਆ। ਹੁਣ ਤੁਸੀਂ ਦੇਖੋ ਇੱਥੇ ਪੂਰੇ ਗ੍ਰਾਫ ਦੇ ਵਿੱਚ ਸੇਲਸ ਦੀ ਗੱਲ ਹੋਈ ਹੈ। ਹੁਣ ਸੇਲਸ ਅੱਗੇ ਡਿਸਕ੍ਰਿਪਸ਼ਨ 'ਚ ਵੀ ਯੂਜ਼ ਹੋਏਗਾ, ਸੋ ਤੁਸੀਂ ਸੇਲਸ ਲਈ ਇਹ ਵਰਡਸ ਯੂਜ਼ ਕਰ ਸਕਦੇ ਹੋ, ਪ੍ਰੋਫਿਟ, ਅਰਨਿੰਗਸ, ਬਿਜ਼ਨਸ, ਟਰਨਓਵਰ, ਰੈਵਨਿਊ, ਇਨਕਮ। ਇਹ ਸਾਰੇ ਅਸੀਂ ਰਿਪੀਟ ਨਹੀਂ ਕਰਨਾ, ਜਿੰਨੀ ਜ਼ਿਆਦਾ ਵੋਕੈਬਲਰੀ ਯੂਜ਼ ਕਰਾਂਗੇ ਉਨਾ ਹੀ ਅੱਛਾ ਹੈ ਸਾਡੇ ਲਈ। ਸੋ ਤੁਸੀਂ ਆਪਣੀ ਨੋਟਬੁੱਕ ਲੈ ਕੇ ਇਹ ਸਾਰਾ ਕੁਝ ਨੋਟ ਡਾਊਨ ਕਰੋ ਐਂਡ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸੋ ਮੇਕ ਸ਼ੋਰ ਕਿ ਤੁਸੀਂ ਹਰ ਇੱਕ ਚੀਜ਼ ਧਿਆਨ ਨਾਲ ਦੇਖੋ। ਨਾਓ ਲੈਟਸ ਮੂਵ ਔਨ ਟੂ ਡਿਸਕ੍ਰਿਪਸ਼ਨ। ਸੋ ਹੁਣ ਅਸੀਂ ਆਵਾਂਗੇ ਓਵਰਆਲ ਤੇ। ਸੋ ਇਸ ਓਵਰਆਲ ਨੂੰ ਤੁਸੀਂ ਇੰਟਰੋਡਕਸ਼ਨ ਤੋਂ ਬਾਅਦ ਵੀ ਲਿਖ ਸਕਦੇ ਹੋ ਜਾਂ ਫਿਰ ਡਿਸਕ੍ਰਿਪਸ਼ਨ ਤੋਂ ਬਾਅਦ ਵੀ ਲਿਖ ਸਕਦੇ ਹੋ। ਇਹਨੂੰ ਅਸੀਂ ਇੰਟਰੋਡਕਸ਼ਨ ਤੋਂ ਬਾਅਦ ਲਿਖਾਂਗੇ। ਦੇਖੋ ਓਵਰਆਲ ਦੇ ਵਿੱਚ ਅਸੀਂ ਯੂਜੂਅਲੀ ਦੇਖਦੇ ਹਾਂ ਕਿ ਜਿਹੜੀ ਚੀਜ਼ ਘਟੀ ਜਾਂ ਜਿਹੜੀ ਚੀਜ਼ ਵਧੀ, ਅਸੀਂ ਓਵਰਆਲ 'ਚ ਇਹ 2 ਚੀਜ਼ਾਂ ਲਿਖਦੇ ਹਾਂ। ਹੁਣ ਇਹਦੇ 'ਚ ਤੁਸੀਂ ਦੇਖੋ ਸਾਡੇ ਕੋਲ 3 ਬੁੱਕਸ ਨੇ, ਇਹਦੇ 'ਚ ਜਿਹੜਾ ਸਾਡਾ ਚਿਲਡਰਨ ਬੁੱਕ ਤੇ ਐਜੂਕੇਸ਼ਨਲ ਬੁੱਕਸ ਵਧੀਆਂ ਨੇ। ਦੇਖੋ ਚਿਲਡਰਨ ਬੁੱਕ ਸਾਡੀ ਗ੍ਰੀਨ ਵਾਲੀ ਹੈ, ਰਾਈਟ? ਸੋ ਗ੍ਰੀਨ ਵਾਲੀ ਜਿੱਥੋਂ ਸ਼ੁਰੂ ਹੋਈ ਹੈ 30 ਤੋਂ ਉੱਤੋਂ ਔਰ ਖਤਮ ਜਿਹੜੀ ਹੈ ਉਹ ਤੋਂ 30 ਤੋਂ ਉੱਪਰ ਹੀ ਹੋਈ ਹੈ, ਰਾਈਟ? ਸੋ 60 ਤੱਕ ਪਹੁੰਚ ਰਹੀ ਹੈ। ਤੇ ਜਿਹੜੀ ਐਜੂਕੇਸ਼ਨਲ ਬੁੱਕਸ ਨੇ 20 ਤੋਂ ਸ਼ੁਰੂ ਹੋ ਗਈ ਲੇਕਿਨ ਖਤਮ 20 ਤੋਂ ਉੱਤੇ ਹੋਈ ਹੈ, ਰਾਈਟ? ਇਹ ਦੋਨੋਂ ਇਨਕਰੀਜ਼ ਨੇ। ਜਿਹੜੀ ਐਡਲਟ ਫਿਕਸ਼ਨ ਹੈ ਉਹ ਦੇਖੋ ਉਹ ਡਿਕਰੀਜ਼ ਹੈ, ਰਾਈਟ? ਸੋ ਅਸੀਂ ਓਵਰਆਲ 'ਚ ਇਹੀ ਲਿਖਾਂਗੇ। ਹੁਣ ਓਵਰਆਲ 'ਚ ਅਸੀਂ ਦੇਖੋ ਲਿਖਿਆ ਓਵਰਆਲ ਦ ਸੇਲਸ ਆਫ ਚਿਲਡਰਨ ਬੁੱਕਸ ਐਂਡ ਐਜੂਕੇਸ਼ਨਲ ਬੁੱਕਸ reported, showed, experienced ਜਾਂ saw। ਇਹ
वर्ड से तुसी कुछ भी लिख सकते हो राइट। हुण क्योंकि साडा पास्ट दा है तो असीं पास्ट दा वर्ड्स यूज करांगे, इन्हां नूं पास्ट ही लिखांगे। तो तुसी रिपोर्टेड, शोड, एक्सपीरियंस, सॉ दे विच कुछ भी लिख सकते हो। हुण उस तो बाद देखो बहुत ही जद भी असीं लाइन ग्राफ लिखदे हां असीं बहुत सोहणे वर्ड्स यूज करदे हां नाउन्स, जाकि अपवर्ड ट्रेंड या डाउनवर्ड ट्रेंड या अपवर्ड ट्रैजेक्टरी या डाउनवर्ड ट्रैजेक्टरी। हुण ये तुसी लाइन ग्राफ च जे यूज करोगे डेफिनेटली एग्जामिनर बहुत इंप्रेस हो जाएगा तुहाडे कोलों। ये बहुत ही वोकैबुलरी वर्ड, बहुत अच्छा वोकैबुलरी वर्ड है। देखो अपवर्ड ट्रेंड मींस इंक्रीज राइट, डाउनवर्ड ट्रेंड डिक्रीज। सो इट ट्रेंड्स ने कि लाइन या तक घटेगी या बढ़ेगी। हुण ਅਸੀਂ ਇਹਨੂੰ यूज करके लाइन राइट सो एन अपवर्ड ट्रेंड या फिर एन अपवर्ड ट्रैजेक्टरी। ਤੁਸੀਂ ट्रेंड ਨੂੰ ट्रैजेक्टरी भी लिख सकते हो। देखो ਅਸੀਂ ਕਿਹੜੇ ਫਾਰਮੂਲੇ ਦਾ ਇਸਤੇਮਾਲ ਕੀਤਾ, ਅਸੀਂ ਲਿਖਿਆ ਸਬਜੈਕਟ। ਹੁਣ ਸਾਡਾ ਜਿਹੜਾ ਆਇਆ ਦ ਸੇਲਸ ਆਫ ਚਿਲड्रन बुक्स एंड एजुकेशनल बुक्स राइट, ये साडा हो गया सब्जेक्ट राइट। उस तो बाद तुसीं देखो लिखा है शोड, रिपोर्टेड, एक्सपीरियंस, सॉ। इहदे च कोई भी वर्ड्स तुसीं यूज कर सकते हो। एंड देन असीं नाउन दा इस्तेमाल किया। अपवर्ड ट्रेंड ये साडा नाउन है राइट। सो नाउन इंक्रीज वाला असीं लगाता एन अपवर्ड ट्रेंड बिकॉज वॉल साउंड है तो एन तो शुरू हो गया। एन अपवर्ड ट्रेंड तुसीं ये भी लिख सकते हो एन अपवर्ड ट्रैजेक्टरी। ट्रेंड की जगह तुसीं ट्रैजेक्टरी भी यूज कर सकते हो। हुण जे घटिया हुंदा ते फिर असीं लिख देना सी अ डाउनवर्ड ट्रेंड या फिर अ डाउनवर्ड ट्रैजेक्टरी, क्योंकि इत्थे इंक्रीज है ते असीं फिर आ यूज कर लिया। ओके, हुण इस फॉर्मूले दा इस्तेमाल करिया। नेक्स्ट देखो तुसीं ਅਸੀਂ एडल्ट फिक्शन बारे गल करिए, ये हैगी डिक्रीज राइट। सो 50 तो थोड़े जे थले, लेकिन खत्म देखो ऑलमोस्ट लाइक 30 तो भी थले आ गई, ये डिक्रीज है। सो ਅਸੀਂ ਅੱਗੇ लिखता ऑन द कंट्रैरी, एक कनैक्टर है। डेफिनेटली कनैक्टर्स ਅਸੀਂ अपने राइटिंग टास्क 2 च भी यूज करते हैं, 1 च भी यूज करते हैं राइट। सो कनैक्टर यूज किया ऑन द कंट्रैरी मीनस ਇਹਦੇ उल्ट, क्योंकि पहला ਅਸੀਂ इंक्रीज की गल की, ਹੁਣ ਅਸੀਂ डिक्रीज की गल ਕਰਨ ਲੱਗੇ। सो ऑन द कंट्रैरी इनकम ऑफ एडल्ट फिक्शन। हुण ऑलरेडी असीं इत्थे सेल्स वर्ड यूज करता, मैं तुहानूं पिछे सेल्स दे सिनोनिम्स भी दिते। हुण इत्थे इनकम असीं यूज कर लिया सेल्स की जगह। ऑफ एडल्ट फिक्शन डिक्रीज इन दैट। हुण इत्थे असीं की यूज किया सब्जेक्ट फॉर्मूला। सब्जेक्ट साडा आ गया इनकम ऑफ एडल्ट फिक्शन। देन वर्ब दी सेकंड फॉर्म डिक्रीज असीं करता डिक्रीज्ड। हुण ऑब्जेक्टिव रेस्ट ऑफ सेंटेंस इत्थे साडे को आ गया इन दी एंड, दैट इज द रेस्ट ऑफ सेंटेंस राइट। इन दी एंड क्योंकि एंड विच या फिर असीं भी लिख सकते हैं ओवर द गिवन पीरियड, ओवर द गिवन टाइम पीरियड। तुसीं दोनों च कुछ भी यूज कर सकते हो। सो इहदे विच असीं अपना इंक्रीज और डिक्रीज दोनों दस सकते। नाउ लेट्स टॉक अबाउट डिस्क्रिप्शन। हुण असीं तीनों दी सेल्स जिहड़ी है 1 by 1 डिस्क्राइब करांगे। नाउ लेट्स टॉक अबाउट एडल्ट फिक्शन। तुसीं कोई भी लिख सकते हो तीनों चों, असीं एडल्ट फिक्शन लिखांगे। हुण एडल्ट फिक्शन देखो असीं लिखता है इन डिटेल द बिजनेस ऑफ एडल्ट फिक्शन। हुण बिजनेस क्योंकि सेल्स की गल हुई है, सो बिजनेस की जगह तुसीं सेल्स की जगह बिजनेस लिख दो या कोई भी सिनोनिम लिख दो। मैं ऑलरेडी तुहानूं दस चुकी हां। ऑफ एडल्ट फिक्शन स्टूड एट $49 मिलियन, क्योंकि देखो 59 तो थोड़ा जा नीचे है। सो 49 है, एग्जैक्ट 50 टच नहीं कर रहा। सो स्टूड एट, हुण स्टूड एट की जगह तुसीं वॉज भी लिख सकते सी, बट क्योंकि तुसीं साडे कोल आए हो असीं कुछ वखरा तुहानूं सिखाना है। सो वॉज की जगह वॉज नाल बहुत लाइन सिंपल है। सो तुसीं लिखो स्टूड एट, ये बहुत लाइन वधिया बनाती है, डेफिनेटली तो एग्जामिनर ने इंप्रेस कर दिया। सो स्टूड एट तुसीं यूज कर लिया। स्टैंड द स्टूड असीं सेकंड फॉर्म, बिकॉज असीं ये जिहड़ा सारा ग्राफ है पास्ट च असीं पास्ट ही लिख रहे हैं। सो स्टूड एट हुण $49 मिलियन अमाउंट आ गया। देन which was the highest among 3 books, क्योंकि 3 books दी सेल्स है ਉਹਦੇ ਚ ਸਭ ਤੋਂ ਹਾਈਐਸਟ ਤੁਸੀਂ ਦੇਖੋ ਜਿਹੜਾ एडल्ट फिक्शन ही है। सो इन्हां तिन्नां चों हुण कुछ होर भी हुंदा। हुण इत्थे देखो 3 बुक्स दी गल है, कुछ भी हुंदा इत्थे 3 कंट्रीज या जो भी चीज दित्ती हुंदी तुसीं उदां भी लिख सकदे हो। सो विच वाज असीं कॉम्पलैक्स बनाई, विच वाज द हाईएस्ट क्योंकि सब तो हाईएस्ट है अमंग 3 बुक्स इन 2002। हुण तुसीं जिहड़ा ईयर है टाइम पीरियड तुसीं इत्थे भी लिख सकदे सी, इदां भी लिख सकदे सी इन डिटेल द बिजनेस ऑफ एडल्ट फिक्शन stood at $49 million in 2002 which was the highest among 3 books। इतना भी लिख सकते हो राइट। हुण असीं नेक्स्ट देखो उस तो बाद देखो कि इस तो बाद फिर देखो थोड़ा जा फ्लक्चुएट होया राइट। एंड देन हुण व्हाट इज फ्लक्चुएशन। देखो लाइन ग्राफ दी जब भी असीं गल करिए लाइन ग्राफ दे विच फ्लक्चुएशंस होंदियां। फ्लक्चुएशन मतलब देखो जदों ना लाइन है फ्लक्चुएट होके ऊपर चलेगी, नीचे, फिर ऊपर, फिर कांस्टेंट। सो दीज आर फ्लक्चुएशंस राइट, घट वध रहा है। सो फ्लक्चुएशंस एंड देन या फ्लक्चुएशंस तुसीं ऑसिलेशंस भी कह सकते हो, ऑसिलेशंस भी कह सकते हो राइट। हुण तुसीं देखो इहदे च देखो कि 50 तो बाद थोड़ा जिहा राइट कॉन्सेप्ट उस तो बाद फिर घट गया, फ्लक्चुएट होया। सो लिखता आफ्टर अ फ्यू फ्लक्चुएट
फ्लक्चुएशंस, या तुसीं इदां भी लिख सकते हो आफ्टर फ्यू ऑसिलेशंस, देन इट्स सेल्स हुण देखो डिक्लाइन हो गया। इट्स सेल्स, क्योंकि सेल्स की गल हो रही है, तुसीं इत्थे कोई भी सेल्स का सिनोनिम यूज कर सकते हो। इट्स मतलब एडल्ट फिक्शन की गल हो रही है, इट्स सेल्स डिक्लाइंड। सो असीं डिक्रीज की गल करें, डिक्लाइंड वर्ब की सेकंड फॉर्म यूज हुई है, राइट। असीं पास्ट लिख रहे हैं टू $30 million। ਤੁਸੀਂ ਦੇਖੋ ਇੱਥੇ $30 million ਨੂੰ ਟੱਚ ਕਰ ਰਿਹਾ, ਸੋ ਇਟ ਡਿਕਲਾਈਨ ਟੂ $30 million ਕਿਤੇ in 2006, ਰਾਈਟ। ਸੋ ਇਹਦੇ ਨਾਲ ਅਸੀਂ ਸਾਡੇ ਜਿਹੜਾ ਐਡਲਟ ਫਿਕਸ਼ਨ ਦਾ ਇਨਕਰੀਜ਼ ਡਿਕਰੀਜ਼ ਦੋਨੋਂ ਚੀਜ਼ਾਂ ਦੱਸਦੀਆਂ। ਨਾਓ ਲੈਟ ਮੂਵ ਔਨ ਟੂ ਚਿਲਡਰਨ ਬੁੱਕਸ ਐਂਡ ਐਜੂਕੇਸ਼ਨਲ ਬੁੱਕਸ। ਹੁਣ ਅਸੀਂ ਗੱਲ ਕਰਾਂਗੇ ਚਿਲਡਰਨ ਬੁੱਕਸ ਦੀ, ਗ੍ਰੀਨ ਵਾਲੀ। ਦੇਖੋ ਇਹਦੇ ਚ ग्रीन वाला जो चिल्ड्रन बुक है 30 तो उत्ते शुरू होया, राइट, 2002 ਦੇ ਵਿੱਚ, और उस तो बाद फिर वधा वधा एंड ਦੇ ਵਿੱਚ इनक्रीज हो गया। ਹੁਣ ਇਹਨੂੰ ਅਸੀਂ ਕਿੱਦਾਂ ਲਿਖਾਂਗੇ? देखो लिखा इन कंपैरिजन टू इट। हुण किहदे कंपैरिजन, क्योंकि ऑलरेडी असीं एडल्ट फिक्शन की गल कर चुके हैं तो उहदे च घटिया सीगा, हुण इहदे विच वधिया ते असीं उहदा कंपैरिजन दे ओपोजिट गल कर रहे हैं। सो असीं इत्थे कनैक्टर यूज कीता इन कंपैरिजन टू इट, राइट। अगे देखो द रेवेन्यू, हुण रेवेन्यू सेल्स दा, सेल्स की जगह असीं यूज कीता। मैं ऑलरेडी तुहानूं सेल्स दे सिनोनिम दस चुकी, इत्थे यूज कर लिया द रेवेन्यू, क्योंकि असीं चिल्ड्रन बुक्स की सेल्स की गल कर रहे हैं। सो द रेवेन्यू ऑफ चिल्ड्रन बुक्स, राइट, चिल्ड्रनस बुक अपोस्ट्रोफेस लगा। ਹੁਣ टोटल या अमाउंटेड टू, राइट, बहुत ही वधिया वोकैबुलरी वर्ड है। ਹੁਣ ਇੱਥੇ भी देखो ਅਸੀਂ वाज यूज कर सकते सी, बट नहीं, ਅਸੀਂ वधिया वोकैबुलरी वर्ड्स यूज करने हैं बिकॉज वी वांट हाई बैंड्स। सो ਅਸੀਂ ਇੱਥੇ टोटल या अमाउंटेड टू ਦਾ यूज ਕੀਤਾ, राइट। देन ਇੱਥੇ देखो 30 ਤੋਂ ਥੋੜੇ ਜਿਹਾ $32 million, राइट। सो बिकॉज ਇੱਥੇ मिलियन डॉलर्स ਦੀ ਗੱਲ ਹੋਈ, सो $32 million in 2002, राइट। या तो हुण इत्थे तुसीं 2002 लिख दो, या फिर देखो असीं यूज कर सकते इन द बिगनिंग, क्योंकि शुरुआती ईयर है, सो इन द बिगनिंग, क्लियर है। हुण असीं आ लिख लिया। उस तो बाद तुसीं देखो की होया, फिर वधा वधा देखो इन्हें अडल्टहुड जिहड़ा एडल्ट फिक्शन है रेड वाला, इन्हूं देखो कट दिता, कट के उस तो बाद फिर इनक्रीज हो गया, देन एंड जी बिल्कुल ही इनक्रीज हो गया, दोनों जो सबसे ज्यादा इनक्रीज हो गया। सो असीं लिखिਆ इट्स सेल्स। हुण किहड़ियां सेल्स? चिल्ड्रन बुक्स ਦੀਆਂ ਅਸੀਂ ਇੱਥੇ यूज करता इट्स सेल्स outnumbered। ਹੁਣ outnumbered वेरी गुड वोकैबुलरी वर्ड, ਇਹਨੂੰ ਤੁਸੀਂ ਤਦ यूज करना है जब देखो ਇਹਦੇ ਵਿੱਚ ਇਹਨੂੰ एडल्ट फिक्शन दी सेल्स नूं कट के ऊपर चला गया। जब भी लाइन ग्राफ दे विच कोई ऐसी पॉइंट दे विच दूसरी नूं कट के वधे, उत्थे तुसीं यूज करना है outnumbered, राइट। सो किन्नू कट के वधे? एडल्ट फिक्शन दी सेल्स नूं। सो इट सेल्स outnumbered एडल्ट फिक्शन आफ्टर 2003, राइट। सो देखो 2003 तो बाद, हुण 2003 इत्थे, राइट, इस तो बाद देखो इत्थों क्रॉस कर लिया, ठीक है। दैट and reach to $42 million, कट के किथे तक पहुंच गया? 42। देखो 40 उत्ते आ गया, 42 तक पहुंच गया, राइट। ये इट एक्सपीरियंस्ड, और एक्सपीरियंस की जगह तुसी शोड, डिपिक्टेड, रिपोर्टेड, डेमोन्स्ट्रेटेड, इलस्ट्रेटेड कोई भी वर्ड लिख सकते हो, मैं ऑलरेडी तुहानू दस चुकी हां। हुण तुसी इस चीज का ध्यान रखो कि असी तुसी ये देखो कि असी पास्ट फॉर्म नहीं छड़ रहे हैं, असी पूरे ग्राफ दे विच असी पास्ट फॉर्म नूं बिल्कुल नहीं छड़ रहे। असी जो भी लिख रहे हैं टोटल, अमाउंटेड टू, एक्सपीरियंस, आउटनंबर्ड, असी पूरा वर्ब दी सेकंड फॉर्म यूज कर रहे हैं, पास्ट फॉर्म यूज कर रहे हैं। सो तुसी भी इस चीज का ध्यान रखना है कि जे तुहाडा ग्राफ पास्ट है, तुसी पास्ट ही पूरा लिखना है, टेंसेस च या सेंटेंस स्ट्रक्चर च बिल्कुल भी कंफ्यूज नहीं होना। हुण तुसी देखो इत्थे देखो 2003 तो लैके, राइट, इत्थों 2005 तक एक स्लाइट इंक्रीज है। अच्छे ने लिखा इट एक्सपीरियंस अ स्लाइट इंक्रीज इन सेल्स बिटवीन 2003 एंड 2005। हुण असीं इत्थे फ्रॉम 2003 टू 2005 भी लिख सकदे सी, असीं इत्थे बिटवीन एंड तुसीं जिद्दां मर्जी लिख सकदे हो। उस तो बाद देखो बट फिर की होया आफ्टर 2005, तुसीं देखो एकदम ही वध रहा है और सब तो ज्यादा इंक्रीज हो रहा। हुण तुसीं देखो असीं लिखिਆ आफ्टर 2005 द प्रॉफिट, क्योंकि सेल्स की गल हुई है, सो सेल्स, रेवेन्यू, बिजनेस, प्रॉफिट, सो द प्रॉफिट स्काई रॉकेटेड। सो स्काई रॉकेटेड का मतलब है इंक्रीज, जब कोई चीज आसमान नूं छूवे बहुत ज्यादा एकदम ही इंक्रीज हो जाए, देखो एकदम ही इंक्रीज हो रहा है। असीं ते यूज किया स्काई रॉकेट, उहदा असीं पास्ट फॉर्म यूज किया स्काई रॉकेटेड। एंड hit the zenith point. Hit the zenith point means
ਪੀਕ। ਸੋ ਇਹਨੇ ਦੇਖੋ ਤਿੰਨਾਂ ਦੀਆਂ ਸੇਲਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਮੈਕਸਿਮਮ ਇਹਦਾ ਆ ਪੁਆਇੰਟ, ਰਾਈਟ। ਸੋ ਅਸੀਂ ਲਿਖਤਾ ਹੈ ਹਿਟ ਦ ਜ਼ੈਨਿਥ ਪੁਆਇੰਟ ਆਫ $59 million in 2006, ਕਿਉਂਕਿ 59 ਨੂੰ ਟੱਚ ਕਰ ਰਿਹਾ ਐਂਡ 2006 ਦੇ ਵਿੱਚ। ਸੋ ਅਸੀਂ ਲਿਖਤਾ ਹਿਟ ਦ ਜ਼ੈਨਿਥ ਪੁਆਇੰਟ ਆਫ $59 million in 2006। ਤੁਸੀਂ ਦੇਖੋ ਕਿੰਨੇ ਵਧੀਆ ਵੋਕੈਬਲਰੀ ਵਰਡਸ ਅਸੀਂ ਯੂਜ਼ ਕੀਤੇ ਨੇ। ਟੋਟਲ, ਅਮਾਉਂਟਡ ਟੂ, ਆਊਟਨੰਬਰਡ, experienced, then skyrocketed, hit the zenith point। ਤੁਸੀਂ ਨੂੰ ਆਪਣੀ ਨੋਟਬੁੱਕਸ 'ਚ ਨੋਟ ਕਰੋ ਐਂਡ ਟਰਾਈ ਟੂ ਯੂਜ਼ ਇਟ। ਆਈ ਵੁੱਡ ਸੇ ਡੈਫੀਨਿਟਲੀ ਤੁਸੀਂ ਨੂੰ ਆਪਣੇ ਗ੍ਰਾਫਸ ਦੇ ਵਿੱਚ ਯੂਜ਼ ਕਰੋ ਐਂਡ ਤੁਸੀਂ ਦੇਖੋ ਮੈਜਿਕ ਕਿ ਕਿੱਦਾਂ ਤੁਹਾਡੇ ਬੈਂਡਸ ਆਉਂਦੇ ਨੇ। ਨਾਓ ਲੈਟਸ ਮੂਵ ਔਨ ਟੂ ਨੈਕਸਟ ਐਜੂਕੇਸ਼ਨਲ ਬੁੱਕਸ। ਹੁਣ ਅਸੀਂ ਗੱਲ ਕਰਾਂਗੇ ਐਜੂਕੇਸ਼ਨਲ ਬੁੱਕਸ ਦੀ। ਬਲੈਕ ਵਨ ਤੁਸੀਂ ਦੇਖੋ ਤਿੰਨਾਂ ਦੇ ਵਿੱਚੋਂ ਐਜੂਕੇਸ਼ਨਲ ਬੁੱਕਸ ਸਭ ਤੋਂ ਜ਼ਿਆਦਾ ਘੱਟ ਹੈ। ਹੁਣ ਅਸੀਂ ਇਹਨੂੰ ਕਿੱਦਾਂ ਲਿਖਾਂਗੇ? ਅਸੀਂ ਲਿਖਿਆ ਦ ਸੇਲਸ ਆਫ ਐਜੂਕੇਸ਼ਨਲ ਬੁੱਕਸ, ਕਿਉਂਕਿ ਸੇਲਸ ਦੀ ਗੱਲ ਹੋਈ ਹੈ, ਵਰ ਦ ਲੋਐਸਟ ਅਮੰਗ ਆਲ ਇਨ 2002, ਕਿਉਂਕਿ ਆਲ ਮੀਨਸ ਤਿੰਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਘੱਟ ਹੈ ਸੇਲਸ ਐਜੂਕੇਸ਼ਨਲ ਬੁੱਕਸ ਦੇ ਇਨ 2002। ਸੋ ਤੁਸੀਂ ਲਾਈਨ ਬੇਟਾ ਪੱਕੀ ਯਾਦ ਕਰ ਲੈਣੀ ਬੱਚੋ। ਜੇ ਹਾਈਐਸਟ ਹੈ ਤਾਂ ਤੁਸੀਂ ਲਿਖੋਗੇ ਦ ਹਾਈਐਸਟ among all, ਜੇ ਲੋਐਸਟ ਹੈ were the lowest among all। ਹੁਣ ਇੱਥੇ ਸੇਲਸ ਦੀ ਗੱਲ ਹੋਈ ਹੈ, ਜੋ ਵੀ ਹੋਵੇ ਉੱਥੇ ਤੁਸੀਂ ਉਹਦੇ ਬਾਰੇ ਲਿਖ ਕੇ ਰਾਈਟ ਉਹਨੂੰ ਸਬਜੈਕਟ ਬਣਾ ਕੇ ਉਸ ਬਾਅਦ were the lowest ਜਾਂ were the highest among all ਇਹ ਲਾਈਨ ਤੁਸੀਂ ਕਿਸੇ ਵੀ ਗ੍ਰਾਫ ਦੇ ਵਿੱਚ ਯੂਜ਼ ਕਰ ਸਕਦੇ ਹੋ। ਦੇਖੋ ਹੁਣ in 2002 ਅਸੀਂ ਈਅਰ ਦੇਤਾ 2002 ਦਾ, that numbered $22 million। ਹੁਣ ਨੰਬਰਡ ਇਹ ਵੀ ਪਾਸਟ ਦੀ ਗੱਲ ਹੈ, that means ਹੁਣ ਇੱਥੇ ਅਸੀਂ was ਵੀ ਲਿਖ ਸਕਦੇ ਸੀ, so that was, but ਅਸੀਂ vocabulary यूज करनी है, so ਅਸੀਂ ਇੱਥੇ यूज ਕੀਤਾ ਨੰਬਰਡ, ਪਾਸਟ ਦੀ ਗੱਲ ਹੋ ਰਹੀ ਹੈ। ਹੁਣ ਦੇਖੋ 20 ਤੋਂ ਥੋੜਾ ਜਿਹਾ ਉੱਪਰ ਹੈ $22 million, ਰਾਈਟ ਲਿਖ ਰਹੇ। ਅੱਗੇ ਦੇਖੋ ਨੈਕਸਟ ਅਸੀਂ ਆਫਟਰ ਦੈਟ ਵੀ यूज ਕਰ ਸਕਦੇ ਸੀ। ਨੈਕਸਟ ਹੁਣ ਤੁਸੀਂ ਦੇਖੋ ਕਿ ਇਹਦੀਆਂ ਸੇਲਸ ਨੇ ਐਜੂਕੇਸ਼ਨਲ ਬੁੱਕਸ ਦੀਆਂ ਐਡਲਟ ਫਿਕਸ਼ਨ ਤੋਂ ਬਿਲਕੁਲ ਆਪੋਜ਼ਿਟ ਹੈ, ਕਿਉਂਕਿ ਇਹ ਦੇਖੋ ਪਹਿਲਾਂ ਇਹਦੇ ਨਾਲੋਂ ਪਹਿਲਾਂ ਜ਼ਿਆਦਾ ਸੀ, ਉਸ ਤੋਂ ਬਾਅਦ ਦੇਖੋ ਇਹ ਘਟ ਗਈ रेड वाली लाइन एडल्ट फिक्शन। बट ਜਿਹੜੀ एजुकेशनल बुक्स है ब्लैक वाली देखो बिल्कुल ऑपोजिट है, एक घट पहला घटी और उस तो बाद फिर ਵੱਧ गई। सो एडल्ट फिक्शन दे ट्रेंड बिल्कुल ऑपोजिट है। ਅਸੀਂ ਕੀ ਲਿਖਿਆ the sales showed, ਹੁਣ showed ਦੀ ਜਗ੍ਹਾ depicted, reported, illustrated, demonstrated कुछ भी लिख सकते हो, past लिखना। an opposing trend, very beautiful line है, पूरी phrase है, an opposing trend to that of, राइट। अपोजिंग मतलब उल्टी कहते ਹੁਣ देखो एडल्ट फिक्शन ਦੇ ਬਿਲਕੁਲ ਆਪੋਜ਼ਿਟ ਇਹਦਾ ਟ੍ਰੈਂਡ ਹੈ, ਰਾਈਟ। ट्रैजेक्टरी ट्रेंड ਅਸੀਂ ਗੱਲ ਆਲਰੇਡੀ ਕਰ ਚੁੱਕੇ ਹਾਂ। ਸੋ ਅਸੀਂ ਲਿਖਿਆ ਐਨ ਅਪੋਜ਼ਿੰਗ ਟ੍ਰੈਂਡ ਟੂ ਦੈਟ ਆਫ, ਹੁਣ ਕਿਹੜਾ ਆਪੋਜ਼ਿਟ ਹੈ? ਐਡਲਟ ਫਿਕਸ਼ਨ। ਅਸੀਂ ਲਿਖਤਾ ਐਡਲਟ ਫਿਕਸ਼ਨ। ਕਿੰਨੀ ਸੋਹਣੀ ਲਾਈਨ ਹੈ, ਤੁਸੀਂ ਇਹਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ ਇਨ ਲਾਈਨ ਗ੍ਰਾਫ। ਸੋ ਐਨ ਅਪੋਜ਼ਿੰਗ ਟ੍ਰੈਂਡ ਟੂ ਦੈਟ ਆਫ, ਐਗਜ਼ੈਕਟਲੀ ਨੂੰ ਇਦਾਂ ਯੂਜ਼ ਕਰਨਾ, ਐਡਲਟ ਫਿਕਸ਼ਨ। ਐਂਡ ਰੀਚਡ ਪਾਸਟ ਫॉर्म, ਹੁਣ ਕਿੱਥੇ ਪਹੁੰਚ ਗਈ ਦੇਖੋ 30 ਤੋਂ ਤੱਕ 32। ਸੋ ਰੀਚਡ, ਸੋ $32 million। ਹੁਣ ਤੁਸੀਂ ਡਾਲਰ ਸਾਈਨ ਵੀ ਪਾ ਸਕਦੇ ਹੋ, ਰਾਈਟ। ਸੋ 32 million ਬਾय 2006। ਹੁਣ ਬਾय ਦੀ ਜਗ੍ਹਾ ਇਨ ਵੀ ਲਗਾ ਸਕਦੇ ਹੋ। ਅਸੀਂ ਦੇਖੋ ਇੱਥੇ ਲਿਖਿਆ in 2002, ਇਹ ਤੁਸੀਂ by 2006। ਸੋ that's it for line graph. I hope it's clear to you all. So thank you for watching. I hope you have liked our video. ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ do tell us in the comments, because ਤੁਸੀਂ ਜਦ ਸਾਨੂੰ ਕਮੈਂਟਸ ਕਰਦੇ ਹੋ ਅਸੀਂ ਬਹੁਤ ਹੀ ਮੋਟੀਵੇਟਡ ਔਰ ਇਨਸਪਾਇਰਡ ਹੁੰਦੇ ਆ। ਸੋ ਬਹੁਤ ਹੀ ਜਲਦ ਮਿਲਾਂਗੇ ਇੱਕ ਬਹੁਤ ਵਧੀਆ ਤੇ ਇਨਫੋਰਮੇਟਿਵ ਵੀਡੀਓ ਦੇ ਨਾਲ। Till then, take care.